ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਸਿਹਤ ਸੰਭਾਲ ਦਾ ਵੀਰਵਾਰ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜਗਬੀਰ ਸਿੰਘ ਜੀ ਜੁੜਨਗੇ, ਜੋ ਕਿ ਆਪਾਂ ਨੂੰ ਹੋਮ ਰੈਮਡੀਜ਼ ਘਰੇਲੂ ਨੁਸਖੇ ਜਿਹੜੇ ਆ ਇਸ ਪ੍ਰੋਗਰਾਮ ਦੇ ਵਿੱਚ ਸਾਂਝੇ ਕਰਦੇ ਆ। ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ, ਹੋਮ ਰੈਮਡੀਜ਼ ਘਰੇਲੂ ਨੁਸਖੇ ਹੀ ਜਿਹੜੇ ਇਸ ਦੇ ਵਿੱਚ ਸਾਂਝੇ ਕੀਤੇ ਜਾਂਦੇ ਆ। ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਜਿਹੜਾ ਸਹਿਯੋਗ ਕਰਦੇ ਨੇ, ਸਪਾਂਸਰ ਕਰਦੇ ਨੇ ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਪਰਵਿੰਦਰ ਸਿੰਘ ਢਾਲੀਵਾਲ ਬਲਵੰਤ ਮਾਂਗਟ ਓਹਾਇਓ, ਸੰਤ ਸਿੰਘ ਤੇ ਦੇਬਾ, ਕਰਨੈਲ ਸਿੰਘ ਰੰਧਾਵਾ ਟਰਲੋਕ, ਸੁਰਿੰਦਰ ਕੌਰ ਸਿੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਬਲਜੀਤ ਸਿੰਘ ਹਰਦੀਪ ਕੌਰ ਸੈਕਰਾਮੈਂਟੋ, ਕੁਲਵੰਤ ਸਿੰਘ ਨਵਿੰਦਰ ਕੌਰ ਡਬਲਿਨ, ਜੁਝਾਰ ਸਿੰਘ ਸੁਰਿੰਦਰ ਕੌਰ ਗਿੱਲ ਐਲਗਰੋਵ, ਮੂਸ਼ੀਆਣਾ ਪਰਿਵਾਰ ਯੂਨੀਅਨ ਸਿਟੀ, ਹਰਜੀਤ ਸਿੰਘ ਲੈਥਰੋਪ, ਸੁਰਿੰਦਰਜੀਤ ਕੌਰ ਸੈਂਟਾ ਕਲਾਰਾ, ਸਨਰੀਤ ਕੌਰ ਸ਼ੇਰ ਗਿੱਲ ਬੇਕਰਸਫੀਲਡ, ਗੁਰਮੀਤ ਸਿੰਘ ਸੁਰਜੀਤ ਕੌਰ ਚੱਲਦੀ ਐਸਕਲੋਨ। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸਹਿਯੋਗ ਕਰ ਸਕਦੇ ਹੋ 408-722-7698 ਦੇ ਉੱਤੇ ਕਾਲ ਕਰਕੇ। ਆਓ ਜਗਵੀਰ ਜੀ ਨਾਲ ਗੱਲਬਾਤ ਕਰਦੇ ਹਾਂ। ਜਗਵੀਰ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਪਹਿਲਾਂ ਅੱਜ ਗੱਲ ਕਰਦੇ ਹਾਂ ਕਿ ਪੱਥਰੀ ਵਾਸਤੇ ਪੁੱਛਦੇ ਸੀਗੇ। ਉਹਦੇ ਵਾਸਤੇ ਤੁਸੀਂ ਆਪਣੇ ਨਾਰੀਅਲ ਦਾ ਪਾਣੀ ਪੀ ਸਕਦੇ ਹੈਗੇ। ਕਰੇਲਾ ਜਿਹੜਾ ਹੁੰਦਾ ਉਹਦੇ 2 ਕਰੇਲਿਆਂ ਦਾ ਜੂਸ ਜਿਹਾ ਕੱਢ ਕੇ ਆਪਣੇ ਚੀਨੀ ਪਾ ਕੇ, ਨੂਣ ਪਾ ਕੇ ਜਿਸ ਤਰ੍ਹਾਂ ਪੀ ਸਕਦੇ ਹਾਂ ਉਹ ਪੀ ਲਿਆ ਕਰੋ। ਜਾਂ ਫਿਰ ਨਹੀਂ, ਜਿਹੜੇ ਮੱਕੀ ਦੇ ਹੁੰਦੇ ਦਾਣੇ, ਉਹਨਾਂ ਦੀ ਸਵਾਹ ਕਰਕੇ ਉਹਨਾਂ ਦਾ ਤੁਸੀਂ ਆਪਣੇ 1 ਚਮਚਾ ਲੈਣਾ ਹੈਗਾ ਪਾਣੀ ਨਾਲ, ਇਹ ਤੁਸੀਂ ਲੈ ਸਕਦੇ ਹੈਗੇ। ਫਿਰ ਜੌਂ ਦਾ ਪਾਣੀ ਪੀ ਸਕਦੇ ਹੈਗੇ ਤੁਸੀਂ। ਜੌਂ ਨੂੰ ਭਿਓ ਕੇ ਰੱਖ ਦਿਓ 1 ਮੁੱਠੀ, ਅਤੇ ਆਪਣੇ ਜੇ ਨਹੀਂ ਤੁਹਾਨੂੰ ਜੌਂ ਦੇ ਸੱਤੂ ਮਿਲਦੇ ਹੈਗੇ ਭਾਵੇਂ, ਉਹੀ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚੋਂ। ਨਹੀਂ ਤਾਂ ਜੌਂ ਭਿਓ ਕੇ ਰੱਖ ਦਿਓ 1 ਮੁੱਠੀ, ਅਤੇ ਆਪਣੇ ਉਹਨੂੰ ਸਵੇਰ ਨੂੰ ਪਾਣੀ ਕਿਲੋ ਉਬਾਲ ਕੇ ਇਹ ਨਹੀਂ ਸਕਦੇ। ਨਹੀਂ ਤਾਂ ਉਹਨੇ ਵੱਡੀ ਇਲਾਇਚੀਆਂ ਹੁੰਦੀਆਂ ਜਿਹੜੀਆਂ ਕਾਲੀਆਂ, ਉਹ 4-5 ਕਾਲੀਆਂ ਇਲਾਇਚੀਆਂ ਲੈ ਕੇ, ਅਤੇ ਖਰਬੂਜੇ ਦੇ ਬੀਜ ਜਿਹੜੇ ਹੁੰਦੇ ਜਾਂ 4 ਮਗਜ਼, ਨਹੀਂ ਖਰਬੂਜੇ ਮਿਲਦੇ 4 ਮਗਜ਼ ਜਿਹੜੇ ਹੁੰਦੇ 1 ਚਮਚਾ ਉਹ, ਅਤੇ ਥੋੜ੍ਹੀ ਕੁਝਾ ਮਿਸ਼ਰੀ, ਉਹ ਤੁਸੀਂ ਉਹਨੇ ਖਾ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਔਲਾ ਚੰਗਾ ਰਹਿੰਦਾ ਹੈਗਾ ਇਹਦੇ ਵਿੱਚੋਂ। ਤੁਸੀਂ ਔਲੇ ਦਾ ਯੂਜ਼ ਕਰੋ। ਆਪਣੇ ਜਾਮਣਾ ਦਾ ਸਿਰਕਾ ਜਿਹੜਾ ਹੁੰਦਾ ਜੂਸ ਹੁੰਦਾ, ਉਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ। ਨਹੀਂ ਤਾਂ ਐਂ ਕਰੋ, ਸੁੱਕੇ ਔਲੇ ਦਾ ਪਾਊਡਰ ਦਾ 1 ਚਮਚਾ ਲੈ ਕੇ ਮੂਲੀ ਦਾ ਜੂਸ ਕੱਢ ਕੇ ਅੱਧਾ ਕੁ ਗਲਾਸ, ਉਹ ਤੁਸੀਂ ਆਪਣੇ ਯੂਜ਼ ਕਰ ਲਓ। ਇਹਦੇ ਨਾਲ ਵੀ ਪਥਰੀ ਨਿਕਲ ਜਾਂਦੀ ਹੈਗੀ। ਨਹੀਂ ਜਾਮਣਾ ਦਾ ਜੂਸ ਮਿਲਦਾ ਤਾਂ ਜਿਹੜੀ ਗੁਠਲੀਆਂ ਹੁੰਦੀਆਂ ਜਾਮਣਾ ਦੀ ਗੁਠਲੀਆਂ, ਉਹ ਵੀ ਆਪਣੇ ਪਾਊਡਰ ਜਿਹਾ ਕਰ ਲਓ ਉਹਨਾਂ ਨੂੰ, ਅਤੇ ਕਾਲਾ ਲੂਣ ਪਾ ਕੇ, ਅਤੇ 1 ਚਮਚਾ 1-1.5 ਚਮਚਾ ਪਾ ਕੇ ਉਹ ਤੁਸੀਂ ਆਪਣੇ ਦਿਨ ਬਾਅਦ 2-3 ਵਾਰੀ ਪੀ ਲਿਆ ਕਰੋ। ਇਹਦੇ ਵਿੱਚੋਂ ਫਿਰ ਖੀਰੇ ਦਾ ਜੂਸ, ਗਾਜਰਾਂ ਦਾ ਜੂਸ, ਇਹ ਤੁਸੀਂ ਚਾਹੇ ਇਕੱਠਾ ਬਣਾ ਲਓ ਤੁਸੀਂ, ਗਾਜਰਾਂ, ਖੀਰੇ, ਚੁਕੰਦਰ ਦਾ ਜੂਸ, ਇਹ ਤੁਸੀਂ ਆਪਣੇ ਦਿਨ ਬਾਅਦ 2 ਵਾਰੀ ਐਨ ਚੰਗਾ ਬਣਾ ਕੇ ਆਪਣੇ ਪੀ ਲਿਆ ਕਰੋ। ਇਹ ਵੀ ਖੋਜ ਦੂਗਾ ਹੈਗਾ। ਅਤੇ ਜੋ ਸਾਗ ਹੁੰਦਾ, ਬਾਥੂ ਦਾ ਸਾਗ ਜਿਸ ਤਰ੍ਹਾਂ ਕਹਿੰਦੇ, ਉਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈ ਇਹਦੇ ਵਿੱਚੋਂ। ਜੇ ਇੱਕ ਦਵਾਈ ਤੁਹਾਨੂੰ ਦੱਸਦੇ ਹੈਗੇ ਇਹਦੇ ਵਾਸਤੇ, ਉਹ ਤੁਸੀਂ ਲੈਣਾ ਜੌਂ ਖਾਰ 50 ਗ੍ਰਾਮ ਲੈਣੇ ਹੈਗੇ। ਪਖਾਨ ਭੇਦ ਹੁੰਦਾ ਜੀ, ਪਖਾਨ ਭੇਦ, ਉਹ 50 ਗ੍ਰਾਮ, ਜੀਰਾ ਸਫੇਦ 50 ਗ੍ਰਾਮ, ਛੋਟੀ ਇਲਾਇਚੀ 50 ਗ੍ਰਾਮ, ਕਲਮੀ ਸ਼ੋਰਾ 25 ਗ੍ਰਾਮ, ਇਹ ਤੁਸੀਂ ਸਾਰਾ ਕੁੱਟ ਪੀਸ ਕੇ ਰੱਖ ਲਓ। 1 ਚਮਚਾ ਤੁਸੀਂ ਆਪਣੇ ਪਾਣੀ ਨਾਲ ਇਹ ਲਈ ਚੱਲੋ ਜੀ। ਇਹ ਵੀ ਠੀਕ ਹੈ ਸੂਟ ਤੁਹਾਨੂੰ। ਜਿਹੜੇ ਕਹਿੰਦੇ ਜ਼ਿਆਦਾ ਪਿਸ਼ਾਬ ਆਉਂਦਾ ਹੈਗਾ, ਰੁਕਦਾ ਨਹੀਂ ਹੈਗਾ, ਉਹ ਤੁਸੀਂ ਆਪਣੇ ਮਗਾਂ ਦਾ ਵੀ ਯੂਜ਼ ਕਰ ਸਕਦੇ ਹੈ ਜੀ। ਮਗਾਂ ਦਾ ਪਾਊਡਰ ਬਣਾ ਕੇ ਉਹਦਾ 1 ਚਮਚੇ ਦੀ ਚਾਹ ਜੀ ਬਣਾ ਕੇ ਤੁਸੀਂ ਆਪਣੇ ਪੀ ਲਿਆ ਕਰੋ। ਅਤੇ ਮੇਥੀ ਦੀ ਸਬਜ਼ੀ ਤੁਸੀਂ ਖਾ ਸਕਦੇ ਹੈਗੇ। ਅੰਗੂਰ ਖਾ ਸਕਦੇ ਹੈਗੇ। ਗੁੜ ਦੇ ਨਾਲ ਭੁੱਜੇ ਵਿੱਚ ਛੋਲੇ ਖਾ ਸਕਦੇ ਹੈਗੇ। ਤਿਲਾਂ ਦੇ ਲੱਡੂ ਬਣਾ ਕੇ ਖਾ ਸਕਦੇ ਹੈਗੇ ਇਹਦੇ ਵਿੱਚੋਂ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਸੀਂ ਪਾਈਨਐਪਲ ਹੁੰਦਾ ਅਤੇ ਖੰਜੂਰਾ, ਜਿਸ ਤਰ੍ਹਾਂ 20-25 ਗ੍ਰਾਮ ਨੇ ਪਾਈਨਐਪਲ ਲੈ ਲਿਆ, 20-25 ਗ੍ਰਾਮ ਖੰਜੂਰਾ ਲੈ ਲਈਆਂ, 5-6 ਖੰਜੂਰਾ ਸਮਝ ਅੰਦਾਜ਼ੇ ਨਾਲ, ਅਤੇ ਉਹਨੇ ਇਹ 1 ਚਮਚਾ ਸ਼ਹਿਦ ਦਾ ਮਿਲਾ ਕੇ ਤੁਸੀਂ ਇਹ ਖਾ ਸਕਦੇ ਹੈਗੇ ਇਹਦੇ ਵਿੱਚੋਂ। ਜੇ ਫਿਰ ਜ਼ਿਆਦਾ ਪਿਸ਼ਾਬ ਆਉਣੇ ਵਾਲੇ ਤੁਸੀਂ ਲੈ ਸਕਦੇ ਹੈਗੇ। ਔਰ ਜਿਹੜੇ ਔਲਿਆਂ ਦੇ ਜੂਸ ਦੇ ਵਿੱਚੋਂ ਸ਼ਹਿਦ ਮਿਲਾ ਕੇ ਤੁਸੀਂ ਮਿਸ਼ਰੀ ਮਿਲਾ ਕੇ ਇਹ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚੋਂ ਜੀ। ਫਿਰ ਚੰਦਰ ਪ੍ਰਭਾ ਬੱਟੀ, ਇਹ ਐਨ ਪੂਰਾ ਆਰਾਮ ਕਰ ਦੂਗੀ ਜੀ। ਚੰਦਰ ਪ੍ਰਭਾ ਬੱਟੀ, ਇਹ ਤੁਸੀਂ ਐਮਾਜ਼ੋਨ ਤੋਂ ਮੰਗਵਾ ਲਓ, ਮਿਲ ਜਾਂਦੀ ਹੈ ਉੱਥੇ। ਅਸੀਂ ਮੰਗਵਾਈ ਸੀਗੀ। 2-2 ਗੋਲੀਆਂ ਤੁਸੀਂ, ਜ਼ਿਆਦਾ ਪ੍ਰੋਬਲਮ ਹੈ 2 ਸਵੇਰ ਨੂੰ, 2 ਦੁਪਹਿਰ ਨੂੰ, 2 ਸ਼ਾਮ ਨੂੰ, ਨਹੀਂ ਤਾਂ 2 ਟਾਈਮ ਲੈ ਲਓ, ਸਵੇਰ ਨੂੰ ਅਤੇ ਸ਼ਾਮ ਨੂੰ।
ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹਦੇ ਵਿੱਚੋਂ ਫਿਰ ਤੁਸੀਂ ਜਿਹੜੇ ਪਿੱਛੇ ਦੀ ਆਪਣੇ ਪਿੱਠ ਦਰਦ ਦੇ ਵਾਸਤੇ ਪੁੱਛਦੇ ਹੈਗੇ, ਉਹ ਐਲੋਵੀਰਾ ਜਿਹੜਾ ਹੁੰਦਾ ਐਲੋਵੀਰਾ, ਉਹਦੇ ਜੈਲ ਕੱਢ ਕੇ 2 ਇੰਚ ਦਾ ਟੁਕੜਾ ਥੋੜ੍ਹੇ ਕੀਮਾ ਭੁੰਨ ਕੇ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ। ਨਹੀਂ ਤਾਂ ਜਿਸ ਤਰ੍ਹਾਂ ਆਪਾਂ ਪੰਜੀਰੀਆਂ ਪਿੰਨੀਆਂ ਜਿਹੀਆਂ ਬਣਾਉਂਦੇ ਹੁੰਦੇ, ਜਿਸ ਤਰ੍ਹਾਂ ਉਸ ਤਰ੍ਹਾਂ ਪਿੰਨੀਆਂ ਬਣਾਉਣੀਆਂ, ਵਿੱਚੋਂ ਤੁਸੀਂ ਐਲੋਵੀਰਾ ਪਾ ਲਓ। ਉਹ 20 ਗ੍ਰਾਮ ਜਿਸ ਤਰ੍ਹਾਂ ਲੱਡੂ ਜਿਹਾ ਬਣਾ ਕੇ ਉਹ ਖਾ ਲਿਆ ਕਰੋ ਰੋਜ਼, ਉਹ ਵੀ ਆਪਣੇ ਤੁਹਾਡੇ ਪਿੱਠ ਦਰਦ ਵਾਸਤੇ ਠੀਕ ਰਹਿੰਦਾ ਹੈਗਾ ਜੀ। ਨਹੀਂ ਤਾਂ ਤੁਸੀਂ ਆਪਣੇ ਕਿੱਕਰ ਤੇ ਗੋਂਦ ਦੀ ਪੰਜੀਰੀ ਬਣਾ ਕੇ ਖਾ ਸਕਦੇ ਹੈਗੇ। ਪੰਜੀਰੀ ਤੁਸੀਂ ਆਪਣੇ ਜਿਸ ਤਰ੍ਹਾਂ ਪੰਜੀਰੀ ਆਮ ਘਰ ਬਣਾਉਂਦੇ ਹੈਗੇ, ਛੋਲਿਆਂ ਦੇ ਆਟੇ ਦੀ ਬਣਾਉਣੀ ਹੈਗੀ, ਅਤੇ ਉਸ ਤੇ ਉਹਦੇ ਵਿੱਚੋਂ ਕਿੱਕਰ ਦਾ ਗੋਂਦ ਪਾ ਲਓ ਤੁਸੀਂ ਅੰਦਾਜ਼ੇ ਨਾਲ, ਉਹ ਤੁਸੀਂ ਖਾ ਲਿਆ ਕਰੋ। ਜੇ ਤੁਹਾਨੂੰ ਆਪਣੇ ਅੰਬਾ ਹਲਦੀ ਮਿਲਦੀ ਹੈ ਕਿ ਅੰਬਾ ਹਲਦੀ ਕਹਿੰਦੇ ਹਨ, ਉਹਨੂੰ ਪੀ ਕੇ ਸਰੋਂ ਦੇ ਤੇਲ ਦੇ ਵਿੱਚੋਂ ਪੇਸਟ ਜਿਹਾ ਬਣਾ ਕੇ ਉਹ ਜਿੱਥੇ ਸਾਰੇ ਦੁਖਦਾ ਹੈਗਾ ਸਵੇਰੇ ਸਾਂਝ ਤੁਸੀਂ ਲਗਾਓ, ਇਹਦੇ ਨਾਲ ਵੀ ਦਰਦ ਠੀਕ ਹੋ ਜਾਂਦਾ ਜੀ। ਜਾਂ ਫਿਰ ਤੁਸੀਂ ਆਪਣੇ ਸੁੰਡ, ਕਾਲੀ ਮਿਰਚਾਂ, ਹਲਦੀ, ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। 1 ਚਮਚਾ ਤੁਸੀਂ ਆਪਣੇ ਖਾ ਲਿਆ ਕਰੋ ਇਹਦਾ। ਇਹ ਆਪਣੇ ਦਰਦ ਵਾਸਤੇ ਵੀ ਠੀਕ ਹੈ। ਜਿਹਨਾਂ ਨੂੰ ਸਾਹ ਦੀ ਪ੍ਰੋਬਲਮ ਹੈ ਜਾਂ ਬ੍ਰੌਂਕਾਈਟਿਸ ਦਮੇ ਦੀ ਪ੍ਰੋਬਲਮ ਹੈਗੀ, ਉਹ ਤੁਸੀਂ ਆਪਣੇ ਖਾ ਸਕਦੇ ਹੈਗੇ। ਇਹਦੇ ਵਿੱਚੋਂ ਜਿਹੜੇ ਕਹਿੰਦੇ ਖੂਨ ਦਾ ਜੰਮਦਾ ਹੈਗਾ, ਉਹ ਉਹਨੇ ਦਾਲਚੀਨੀ ਉਹਨੇ ਯੂਜ਼ ਕਰਨ ਲਾਜ਼ਮੀ ਜੀ। ਅੱਧਾ ਚਮਚਾ ਦਾਲਚੀਨੀ ਦਾ ਰੋਜ਼ ਖਾ ਲਿਆ ਕਰੇ, ਉਹਦੇ ਨਾਲ ਠੀਕ ਹੋ ਜੂਗਾ। ਨਹੀਂ ਤਾਂ ਫਿਰ ਤੁਸੀਂ ਔਲੇ ਦਾ ਜੂਸ 5-6 ਚਮਚੇ ਔਲੇ ਦਾ ਜੂਸ ਪਾਣੀ ਦੇ ਵਿੱਚੋਂ ਪਾ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਇਹ ਤੁਸੀਂ ਆਪਣੇ ਟਰਾਈ ਕਰ ਲਓ। ਜੇ ਨਹੀਂ ਔਲੇ ਦਾ ਜੂਸ ਮਿਲਦਾ ਤਾਂ ਤੁਸੀਂ ਔਲਾ ਪਾਊਡਰ ਜਿਹੜਾ ਹੁੰਦਾ ਇੱਕ ਉਹ ਬਰਾਬਰ ਲੈ ਲਓ, ਮਿਸ਼ਰੀ ਤੇ ਔਲਾ ਪਾਊਡਰ 100 ਗ੍ਰਾਮ ਲੈ ਕੇ ਪੀ ਕੇ ਰੱਖ ਲਓ ਉਹਨੂੰ। 2 ਚਮਚੇ ਆਪਣੇ ਰੋਜ਼ ਖਾ ਲਏ, 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਇਹਦੇ ਨਾਲ ਸਾਡੀ ਸਰਕੂਲੇਸ਼ਨ ਜਿਹੜੀ ਉਹਨੇ ਚੱਲਦੀ ਰਹਿੰਦੀ ਹੈਗੀ। ਜਿਹੜੇ ਕੋਲੈਸਟਰੋਲ ਪੁੱਛਦੇ ਸੀਗੇ, ਉਹ ਤਾਂ ਆਪਣੇ ਦਾਲਚੀਨੀ ਤੇ ਕਲੌਂਜੀ ਦੱਸਿਆ ਹੋਈ ਹੈਗਾ ਜੀ। ਉਹ ਤੁਸੀਂ ਬਰਾਬਰ ਲੈ ਕੇ ਉਹਦੇ ਵਿੱਚੋਂ ਤੁਸੀਂ ਜੇ 50 ਗ੍ਰਾਮ ਦਾਲਚੀਨੀ ਲੈ ਲਓ, 50 ਗ੍ਰਾਮ ਕਲੌਂਜੀ ਲੈ ਕੇ ਪੀ ਕੇ ਉਹਨਾਂ ਨੂੰ ਉਹਦੇ ਵਿੱਚੋਂ ਸ਼ਾਇਦ ਉਨਾ ਕੁ ਪਾਣਾ ਹੈਗਾ ਜੀ, ਤੇ ਵੀ ਗੋਲੀਆਂ ਜਿਹੀਆਂ ਵੱਟ ਹੋ ਜਾਵੇ। ਜਿਸ ਤਰ੍ਹਾਂ ਕਾਬਲੀ ਛੋਲਾ ਹੁੰਦਾ, ਉਹ ਉਂਡੀਆਂ ਗੋਲੀਆਂ ਵੱਟ ਲਓ। 1-2 ਗੋਲੀ ਆਪਣੇ ਰੋਜ਼, 1 ਗੋਲੀ ਬਥੇਰੀ ਹੈ, 1 ਖਾ ਲਈ, ਉਹ ਠੀਕ ਕਰ ਦਿੰਦਾ ਹੈਗਾ ਕੋਲੈਸਟਰੋਲ ਨੂੰ। ਨਹੀਂ ਤਾਂ ਇਹਦੇ ਵਿੱਚੋਂ ਤੁਸੀਂ ਸੋਇਆਬੀਨ ਦਾ ਤੇਲ ਯੂਜ਼ ਕਰੋ, ਕੋਲੈਸਟਰੋਲ ਵਾਸਤੇ ਠੀਕ ਰਹਿੰਦਾ ਹੈਗਾ। 1 ਚਮਚਾ ਤੁਸੀਂ ਰਾਤ ਨੂੰ ਧਨੀਏ ਦਾ ਭਿਓ ਕੇ ਪਾਣੀ ਦੇ ਵਿੱਚੋਂ ਰੱਖ ਦਿਓ, ਸਵੇਰ ਨੂੰ ਮਸਲ ਕੇ ਉਹ ਧਨੀਆ ਜਿਹਾ, ਅਤੇ ਉਹ ਤੁਸੀਂ ਉਹਨੇ ਪਾਣੀ ਪੀ ਲਓ। ਅਤੇ ਓਮੇਗਾ 3 ਦੇ ਕੈਪਸੂਲ ਤੁਹਾਨੂੰ ਬਣੇ ਬਣਾਏ ਮਿਲ ਜਾਂਦੇ ਹੈਗੇ ਇੱਥੇ, ਉਹ ਤੁਸੀਂ ਯੂਜ਼ ਕਰ ਸਕਦੇ ਹੈਗੇ। ਜਿਹੜੇ ਬ੍ਰੇਨ ਵਾਸਤੇ ਵੀ ਠੀਕ ਹੈ, ਕੋਲੈਸਟਰੋਲ ਵਾਸਤੇ ਵੀ ਠੀਕ ਹੈ। ਇਹਦੇ ਵਿੱਚੋਂ ਇਹ ਤੁਸੀਂ ਲੈ ਸਕਦੇ ਹੈਗੇ। ਮੇਥੀ ਵੀ ਵਧੀਆ ਚੰਗੀ ਰਹਿੰਦੀ, ਮੇਥੀ 1 ਚਮਚਾ ਮੇਥੀ ਭਿਓ ਕੇ ਰੱਖ ਦਿਓ ਪਾਣੀ ਨਾਲ, ਉਹ ਉਬਾਲ ਕੇ ਥੋੜ੍ਹਾ ਜਿਹਾ ਉਹ ਤੁਸੀਂ ਉਹਨੇ ਪੀ ਸਕਦੇ ਹੈਗੇ। ਅਤੇ ਅਰਜਨ ਪਾਊਡਰ ਜਾਂ ਅਰਜਨ ਦੇ ਕੈਪਸੂਲ ਜੇ ਤੁਹਾਨੂੰ ਮਿਲਦੇ ਆ, ਅਰਜਨਾ ਪਾਊਡਰ, ਇਹ ਤੁਸੀਂ 1 ਚਮਚੇ ਦੀ ਚਾਹ ਜੀ ਬਣਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਜੇ ਕੈਪਸੂਲ ਲੈਣੇ ਤਾਂ ਅਰਜਨਾ ਦੇ ਕੈਪਸੂਲ ਵੀ ਤੁਹਾਨੂੰ ਮਿਲ ਜਾਂਦੇ ਹੈਗੇ ਇਹਦੇ ਵਿੱਚੋਂ। ਅਤੇ ਐਲੋਵੀਰੇ ਦਾ ਜੂਸ ਵੀ ਇਹਦੇ ਵਿੱਚੋਂ ਰਹਿੰਦਾ ਵਧੀਆ ਜੀ। ਐਲੋਵੀਰੇ ਦਾ ਜੂਸ ਲਾ ਜੋ ਪੀਣ ਤੁਸੀਂ। ਫਿਰ ਲਸਣ ਅਤੇ ਹਲਦੀ ਦੀ ਚਟਨੀ ਬਣਾ ਕੇ ਖਾ ਲਿਆ ਕਰੋ, ਇਹ ਵੀ ਕੋਲੈਸਟਰੋਲ ਵਾਸਤੇ ਵਧੀਆ ਚੀਜ਼ ਹੈਗੀ। ਅਦਰਕ ਪਾ ਲਿਆ, ਲਸਣ ਪਾ ਲਿਆ, ਹਲਦੀ ਜੀ ਪਾ ਲਈ, ਇਹਦੀ ਚਟਨੀ ਬਣਾ ਕੇ ਪੀ ਸਕਦੇ ਹੈਗੇ। ਅਤੇ ਅਨਾਰਾਂ ਦਾ ਜੂਸ ਇਹਦੇ ਵਿੱਚੋਂ ਚੰਗਾ ਰਹਿੰਦਾ ਹੈਗਾ। ਕਾਲੇ ਛੋਲੇ ਭੁੰਨੇ ਵੇ ਤੁਸੀਂ ਉਹ ਖਾ ਸਕਦੇ ਹੈਗੇ ਇਹਦੇ ਵਿੱਚੋਂ। ਨਹੀਂ ਤਾਂ ਤੁਸੀਂ ਇਹ ਲੈ ਸਕਦੇ ਹੋ, ਆਪਣੇ ਅਲਸੀ ਲੈਣੀ ਹੈਗੀ 40 ਗ੍ਰਾਮ, ਕੱਦੂ ਦੇ ਬੀਜ ਲੈਣੇ ਹੈਗੇ 10 ਗ੍ਰਾਮ, ਪੰਪਕਿਨ ਸੀਡ ਲੈਣੇ ਹੁੰਦੇ, ਸਨਫਲਾਵਰ ਸੀਡ ਲੈਣੇ ਹੈਗੇ 10 ਗ੍ਰਾਮ, ਸੌਂਫ ਲੈਣੀ ਹੈਗੀ 10 ਗ੍ਰਾਮ। ਇਹ ਤੁਸੀਂ ਆਪਣੇ ਕੁੱਟ ਕੇ 1 ਚਮਚਾ ਰੋਜ਼ ਖਾ ਲਿਆ ਕਰੋ। ਰੋਸਟ ਜਿਹਾ ਕਰ ਲਈ ਪਹਿਲਾਂ ਅਲਸੀ ਨੂੰ ਰੋਸਟ ਕਰ ਲਿਓ। ਇਹ ਤੁਸੀਂ ਆਪਣੇ 1 ਚਮਚਾ ਰੋਜ਼ ਖਾ ਲਓ, ਇਹ ਵੀ ਕੋਲੈਸਟਰੋਲ ਵਾਸਤੇ ਗੁੱਡ ਹੈ। ਜਿਹੜਾ ਹਾਰਟ ਬਰਨ ਤੋਂ ਪੁੱਛਦੇ ਸੀਗੇ, ਉਹ ਤਾਂ ਉਹਨੇ ਜਿਹੜਾ ਮਿੱਠਾ ਸੋਡਾ ਹੁੰਦਾ ਜੀ, ਇਹ ਅੱਧਾ ਕੁ ਚਮਚਾ ਪਾਣੀ ਮੈਂ ਘੋਲ ਕੇ ਅਤੇ ਵਿੱਚ ਮੈਂ ਥੋੜ੍ਹਾ ਜਿਹਾ ਨਿੰਬੂ ਪਾ ਲਿਆ ਕਰੋ, ਅੱਧਾ ਕੁ ਨਿੰਬੂ ਨਿਚੋੜ ਲਿਆ ਵਿੱਚ। ਉਹ ਹਾਰਟ ਬਰਨ ਹੋਵੇ, ਗੈਸ ਗੂਸ ਜੀ ਹੋਵੇ, ਆਪਣੇ ਵਧੀਆ ਚੀਜ਼ ਰਹਿੰਦੀ ਇਹਦੇ ਵਿੱਚ। ਨਹੀਂ ਤਾਂ ਅਦਰਕ ਲੈ ਕੇ ਥੋੜ੍ਹਾ ਜਿਹਾ ਇਹਨੂੰ ਕੁੱਟ ਕੇ ਮਾੜਾ ਜਿਹਾ ਉਹ 1 ਗਲਾਸ ਪਾਣੀ ਨਾਲ ਤੁਸੀਂ ਆਪਣੇ ਗਰਮ ਪਾਣੀ ਨਾਲ ਉਹ ਪਾ ਕੇ ਤੁਸੀਂ ਅਦਰਕ ਕੁੱਟਿਆ ਵਾ ਉਹ ਰੱਖ ਦੇਣਾ ਹੈਗਾ। ਉਹ ਫਿਰ ਤੁਸੀਂ ਆਪਣੇ ਪਾਣੀ ਜਾਂ ਪੀ ਲਿਓ, ਕੋਸਾ ਜਿਹਾ ਰਹਿ ਗਿਆ। ਜਾਂ ਤੁਸੀਂ ਚਾਹ ਜੀ ਬਣਾ ਕੇ ਹੀ ਪੀ ਸਕਦੇ ਹੈ, ਅਦਰਕ ਦੀ ਚਾਹ, ਇਹ ਵੀ ਹਾਰਟ ਬਰਨ ਵਾਸਤੇ ਠੀਕ ਰਹਿੰਦੀ ਹੈਗੀ। ਅਤੇ ਐਲੋਵੀਰਾ ਜੂਸ ਇਹਦੇ ਵਿੱਚੋਂ ਠੀਕ ਰਹਿੰਦਾ ਹੈਗਾ। ਪੱਤੇ ਗੋਭੀ ਦਾ ਜੂਸ, ਪੱਤਾ ਗੋਭੀ ਜਿਹੜੀ ਹੁੰਦੀ ਉਹਦਾ ਜੂਸ ਕੱਢ ਕੇ ਪੀ ਲਓ, ਉਹ ਠੀਕ ਰਹਿੰਦਾ ਹੈਗਾ।
ਫਿਰ 10-12 ਬਦਾਮ ਤੁਸੀਂ ਭਿਓ ਕੇ ਰੱਖਦੇ ਨੇ ਛਿੱਲਕ ਲਾ ਕੇ 10-12 ਬਦਾਮ ਖਾਏ ਚੱਲੋ, ਉਹ ਵੀ ਹਾਰਟ ਬਣਨ ਠੀਕ ਹੈਗੀ। ਫਿਰ ਆਪਣੇ ਤੁਸੀਂ ਦੁੱਧ ਦਹੀਂ ਇਹ ਯੂਜ਼ ਦਾ ਜੋ ਕਰਨ ਇਹ ਵੀ ਹਾਰਟ ਬਰਨ ਘਟਾ ਦਿੰਦਾ ਹੈਗਾ। ਸੌਂਫ ਦੀ ਤੁਸੀਂ ਚਾਹ ਬਣਾ ਕੇ ਪੀ ਸਕਦੇ ਹੈਗੇ, ਜਾਂ ਨਹੀਂ ਮਿਕਸ ਕਰਕੇ ਪੱਤਾ ਗੋਭੀ ਦਾ ਜੂਸ, ਗਾਜਰਾਂ ਦਾ ਜੂਸ, ਖੀਰਾ, ਚੁਕੰਦਰ, ਇਹ ਸਾਰਾ ਮਿਕਸ ਜੇ ਕਰਕੇ ਜੂਸ ਜਿਹਾ ਕੱਢ ਕੇ ਇਹ ਪੀ ਲਿਆ ਕਰੋ ਗਲਾਸ। ਇਹ ਕਹਿੰਦੇ ਸਾਡੀ ਗੈਸ ਗੂਸ ਨੂੰ ਵੀ ਠੀਕ ਕਰ ਦਿੰਦਾ ਹੈਗਾ, ਐਸਿਡ ਨੂੰ ਠੀਕ ਕਰ ਦਿੰਦਾ ਹੈਗਾ, ਹਾਰਟ ਬਰਨ ਵੀ ਆਪੇ ਠੀਕ ਹੋ ਜਾਊਗੀ। ਸਾਰੀ ਦੋ ਚੀਜ਼ਾਂ ਠੀਕ ਹੋ ਗਈਆਂ ਤਾਂ ਜੇ ਪੇਟ ਦੇ ਕੈਂਸਰ ਵਾਸਤੇ ਕਹਿੰਦੇ ਸੀਗੇ ਆਪਣੇ, ਉਹਨੇ ਇੱਕ ਤਾਂ ਦਹੀਂ ਦੀ ਕੌਲੀ ਰੋਜ਼ ਖਾ ਲਿਆ ਕਰੇ ਜੀ, ਦਹੀਂ ਨਹੀਂ ਤਾਂ ਆਪਣੇ 5-6 ਪੱਤੇ ਤੁਲਸੀ ਦੇ ਤੁਸੀਂ ਰੋਜ਼ ਖਾ ਸਕਦੇ ਹੈਗੇ। ਇਹਦੇ ਵਿੱਚੋਂ ਰੋਟੀ ਖਾਣੇ ਦੇ ਬਾਅਦ ਤੁਸੀਂ ਆਪਣੇ 1-2 ਕਲੀਆਂ ਲਸਣ ਦੀਆਂ ਉਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਹੋਰ ਵੀ ਕਿਤੇ ਕੈਂਸਰ ਹੁੰਦਾ ਆਪਣੇ ਕੈਂਸਰ ਵਾਸਤੇ ਜਿਹਨਾਂ ਦਾ ਗੁੱਥੀ ਹੋਇਆ ਵਾ ਹੈਗਾ, ਉਹ ਹੁੰਦੀ ਹੈ ਇੱਕ ਕੌੜ ਤੁੰਬੀ, ਤੁੰਮਾ ਅਤੇ ਨਿੰਬ, ਇਹ ਬਰਾਬਰ ਲੈਣੀਆਂ ਤਿੰਨੇ ਚੀਜ਼ਾਂ। ਇੱਕ ਕੀ ਹੁੰਦਾ ਸੀਗਾ ਉਹਦਾ ਨੁਕਸ ਮੇਰੇ ਹੱਥ ਲੱਗਿਆ ਸੀਗਾ, ਮੈਂ ਚੱਲ ਲਿਖ ਲਿਆ ਸੀਗਾ ਇਹ ਕੌੜ ਤੁੰਮੀ, ਤੁੰਮਾ ਅਤੇ ਨਿੰਮ, ਇਹ ਬਰਾਬਰ ਲੈਣੀਆਂ ਹੈਗੀਆਂ 10-10 ਗ੍ਰਾਮ ਜਾਂ 20-20 ਗ੍ਰਾਮ। ਥੋੜ੍ਹਾ ਜਿਹਾ ਚਾਹੇ ਤਾਂ ਸ਼ਹਿਦ ਪਾ ਕੇ ਵਿੱਚੋਂ ਮਾੜਾ ਜਿਹਾ ਇਹਦੇ ਵਿੱਚੋਂ ਗੋਲੀਆਂ ਜਾਂ ਵੱਟਣੀਆਂ, ਜਿਸ ਤਰ੍ਹਾਂ ਆਪਣੇ ਮੋਠ ਦਾ ਦਾਣਾ ਜਿਹਾ ਹੁੰਦਾ, ਬਾਹਲੀ ਵੱਡੀ ਨਹੀਂ ਗੋਲੀ ਵੱਟਣੀ ਦੀ, ਥੋੜ੍ਹੀ ਜਿਹੀ ਵੱਟਣੀ ਜਿਸ ਤਰ੍ਹਾਂ ਮੋਠ ਦੇ ਦਾਣੇ ਹੁੰਦੇ ਛੋਟੀਆਂ ਛੋਟੀਆਂ, ਇਹ 2 ਗੋਲੀਆਂ ਤੁਸੀਂ ਆਪਣੇ ਰੋਜ਼ ਖਾ ਲਿਆ ਕਰੋ। ਇਹ ਕੈਂਸਰ ਵਾਸਤੇ ਵਧੀਆ ਚੀਜ਼ ਰਹਿੰਦੀ ਹੈ ਜੀ। ਜਿਹੜੇ ਨਜ਼ਰ ਤੇਜ਼ ਵਾਸਤੇ ਕਹਿੰਦੇ ਸੀਗੇ ਉਹ ਅਨਾਰ ਦਾ ਜੂਸ ਜਿਹੜਾ ਹੁੰਦਾ, ਅਨਾਰ ਦਾ ਜੂਸ ਕੱਢ ਕੇ ਤਾਜ਼ੇ ਅਨਾਰ ਦਾ ਥੋੜ੍ਹਾ ਕੱਢ ਕੇ ਸ਼ੀਸ਼ੀ ਮਾ ਪਾ ਕੇ ਰੱਖ ਲਓ, 2-2 ਬੰਦਾ ਤੁਸੀਂ ਰੋਜ਼ ਪਾ ਲਿਆ ਕਰੋ ਅੱਖਾਂ 'ਚ, ਇਹ ਨਜ਼ਰ ਤੇਜ਼ ਕਰਨੇ ਵਾਸਤੇ ਵਧੀਆ ਚੀਜ਼ ਹੈਗੀ। ਨਹੀਂ ਤਾਂ ਮਕੋਹ ਦਾ ਰਸ ਜਿਹੜਾ ਹੁੰਦਾ ਉਹ ਤੁਸੀਂ ਆਪਣੇ ਪਾ ਸਕਦੇ ਹੈਗੇ ਅੱਖਾਂ 'ਚ, ਇਹ ਵੀ ਠੀਕ ਰਹਿੰਦਾ ਹੈਗਾ। ਇਹਦੇ ਨਾਲ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਪਾਲਕ, ਸ਼ਲਗਮ, ਟਮਾਟਰ, ਖੀਰਾ, ਇਹ ਤੁਸੀਂ ਆਪਣੇ ਜ਼ਿਆਦਾ ਚੀਜ਼ਾਂ ਇਹ ਖਾਣੀਆਂ ਹੈਗੀਆਂ ਇਹਦੇ ਵਿੱਚੋਂ। ਜਾਂ ਫਿਰ ਸੌਂਫ, ਬਦਾਮ ਅਤੇ ਮਿਸ਼ਰੀ, ਇਹ ਬਰਾਬਰ ਲੈ ਕੇ ਇਹ ਤੁਸੀਂ ਆਪਣੇ ਖਾ ਸਕਦੇ ਹੈ ਚਮਚਾ ਕੁ ਰੋਜ਼। ਅਤੇ ਅਮਰੂਦ ਵੀ ਵਧੀਆ ਚੀਜ਼ ਰਹਿੰਦੀ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਗਾਜਰਾਂ, ਟਮਾਟਰ ਜੂਸ, ਇਹ ਵੀ ਵਧੀਆ ਰਹਿੰਦਾ ਜੀ ਅੱਖਾਂ ਵਾਸਤੇ, ਗਾਜਰਾਂ ਦਾ, ਟਮਾਟਰਾਂ ਦਾ ਜੂਸ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਨਹੀਂ ਤਾਂ ਰਸ ਦੇ ਵਿੱਚੋਂ ਜਿੰਨਾ ਕੁ ਪਿਆ ਤਾਂ ਰਸ ਲੈਣਾ ਹੈਗਾ, ਉਹਨਾਂ ਕੁ ਨਿੰਬੂ ਨੂੰ ਜੋੜ ਕੇ ਅਤੇ ਥੋੜ੍ਹਾ ਜਿਹਾ ਸ਼ਹਿਦ ਪਾ ਕੇ ਇਹ ਤੁਸੀਂ ਆਪਣੇ ਅੱਖਾਂ ਦੇ ਵਿੱਚੋਂ ਪਾ ਸਕਦੇ ਬੂੰਦ ਤੋਂ ਬੂੰਦ। ਜਿਹੜੇ ਕਹਿੰਦੇ ਪਿਸ਼ਾਬ ਲੱਗ ਕੇ ਆਉਂਦਾ ਹੈਗਾ, ਉਹ ਤਾਂ ਉਹੀ ਔਲੇ ਦਾ ਰਸ 5-6 ਚਮਚੇ ਗਲਾਸਾਂ ਪਾ ਕੇ, ਸ਼ੱਕਰ ਪਾ ਕੇ 2-3 ਚਮਚੇ ਉਹ ਤੁਸੀਂ ਆਪਣੇ ਪੀ ਲਿਆ ਕਰੋ, ਇਹ ਠੀਕ ਰਹੇਗਾ ਤੁਹਾਨੂੰ। ਨਾਰੀਅਲ ਦਾ ਪਾਣੀ ਪੀ ਸਕਦੇ ਹੈਗੇ, ਧਨੀਏ ਦਾ ਤੁਸੀਂ ਆਪਣੇ ਪੀ ਸਕਦੇ ਹੈਗੇ, ਧਨੀਏ ਦਾ ਭਿਓ ਕੇ ਰੱਖ ਦਿਓ, ਜੇ ਹਰਾ ਹੈਗਾ ਤਾਂ ਉਹਨੂੰ ਉਬਾਲ ਕੇ ਪੀ ਲਓ, ਨਹੀਂ ਤਾਂ ਧਨੀਆ ਭਿਓ ਕੇ ਰੱਖ ਦਿਓ 2 ਚਮਚੇ, ਉਹ ਸਵੇਰ ਨੂੰ ਮਸਲ ਕੇ ਤੁਸੀਂ ਉਹ ਉਹਨੇ ਪੀ ਸਕਦੇ ਹੈਗੇ। ਇਹਦੇ ਵਿੱਚੋਂ ਫਿਰ ਤੁਸੀਂ ਆਪਣੇ ਮੂਲੀ ਦਾ ਜੂਸ ਪੀ ਸਕਦੇ ਹੈਗੇ, ਇਹਦੇ ਵਿੱਚੋਂ ਸ਼ੱਕਰ ਜੀ ਪਾ ਕੇ, ਇਹ ਠੀਕ ਕਰ ਦਿੰਦਾ ਇਹਨੂੰ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਭੱਖੜਾ ਵੀ ਠੀਕ ਰਹਿੰਦਾ, ਇਹਦੇ ਵਿੱਚੋਂ 1 ਚਮਚਾ ਭੱਖੜੇ ਦਾ ਤੁਸੀਂ ਚਾਹ ਜੀ ਬਣਾ ਕੇ ਵੀ ਪੀ ਲਓ, ਉਹ ਵੀ ਠੀਕ ਰਹੂਗਾ ਤੁਹਾਨੂੰ ਜਿਹੜਾ ਲੱਗ ਕੇ ਪਿਸ਼ਾਬ ਆਉਂਦਾ। ਫਿਰ ਤਰਬੂਜ ਦੇ ਜੂਸ ਦੇ ਵਿੱਚੋਂ ਤੁਸੀਂ ਆਪਣੇ ਸ਼ੱਕਰ ਮਿਲਾ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਜਾਂ 5-7 ਪੱਤੇ ਤੁਲਸੀ ਦੇ ਚੱਬ ਕੇ ਉੱਪਰ ਪਾਣੀ ਦਾ ਗਲਾਸ ਪੀ ਲਓ, ਇਹ ਵੀ ਪਿਸ਼ਾਬ ਦੀ ਜਲਨ ਨੂੰ ਠੀਕ ਕਰ ਦੂਗਾ ਤੁਹਾਨੂੰ। ਜਾਂ ਫਿਰ ਤੁਸੀਂ ਭਿੰਡੀਆਂ ਦੀ ਸਬਜ਼ੀ ਖਾਣ ਲੱਗ ਜਾਓ, ਇਹਦੇ ਨਾਲ ਵੀ ਆਪਣੇ ਪਿਸ਼ਾਬ ਜਿਹੜਾ ਲੱਗ ਕੇ ਆਉਂਦਾ ਉਹ ਠੀਕ ਹੋ ਜਾਂਦਾ ਜੀ ਇਹਦੇ ਨਾਲ। ਫਿਰ ਪੇਠੇ ਦੀ ਮਠਿਆਈ ਤੁਸੀਂ ਇਹ ਖਾ ਸਕਦੇ ਹੈ, ਜਾਂ ਪੇਠਾ ਜਿਹੜਾ ਹੁੰਦਾ ਉਹ ਜੂਸ ਕੱਢ ਕੇ ਆਪਣੇ ਪੀ ਸਕਦੇ ਹੈਗੇ, ਮਠਿਆਈ ਵਾਲਾ ਜਿਹੜਾ ਚਿੱਟਾ ਪੇਠਾ ਹੁੰਦਾ ਉਹਦਾ ਗਲਾਸ ਜੂਸ ਵੇਲੇ ਸਾਰੇ ਪਿਸ਼ਾਬ ਲੱਗ ਕੇ ਆਉਣੇ ਨੂੰ ਠੀਕ ਕਰ ਦੂਗਾ। ਆਪਣੇ ਜਿਹੜੇ ਗੈਸ ਗੂਸ ਦੀ ਜਾਂ ਤੇਜ਼ਾਬ ਜਿਹਨਾਂ ਨੂੰ ਬੰਦ ਹੈਗਾ ਉਹ ਤੁਸੀਂ ਉਹਨੇ ਇਹਦਾ ਜੂਸ ਲੱਗ ਜਾਓ ਪੀਣ ਪੇਠੇ ਦਾ, ਉਹ ਐਨ ਠੀਕ ਕਰ ਦੂਗਾ ਜੀ ਤੁਹਾਨੂੰ। ਫਿਰ ਫੁੱਲ ਗੋਭੀ ਦੀ ਸਬਜ਼ੀ ਤੁਸੀਂ ਆਪਣੇ ਖਾ ਸਕਦੇ ਹੈਗੇ, ਮੂਲੀ ਦਾ ਰਸ ਤੁਸੀਂ ਆਪਣੇ ਲੈ ਸਕਦੇ ਹੈ, ਅੱਧਾ ਗਲਾਸ ਵਿੱਚੋਂ 1 ਨਿੰਬੂ ਨੂੰ ਜੋੜ ਲਓ। ਫਿਰ ਅਨਾਰ ਦਾ ਜੂਸ ਪੀ ਲਓ, ਨਾਰੀਅਲ ਦਾ ਜੂਸ ਪੀ ਲਓ ਪਾਣੀ, ਇਹ ਸਭ ਠੀਕ ਕਰ ਦਿੰਦਾ ਜੀ। ਇਹਦੇ ਜਿਹੜੇ ਕਹਿੰਦੇ ਸੀਗੇ ਰੋਟੀ ਰਾਟੀ ਖਾ ਕੇ ਬਾਥਰੂਮ ਜਾਂਦੇ ਹੈਗੇ, ਉਹਦੇ ਵਿੱਚੋਂ ਤੁਸੀਂ ਲੈਣਾ ਹੈਗਾ ਧਨੀਆ ਲੈਣਾ 100 ਗ੍ਰਾਮ, ਕਾਲਾ ਨੂਣ ਲੈਣਾ ਹੈਗਾ 25 ਗ੍ਰਾਮ, ਇਹ ਤੁਸੀਂ ਆਪਣੇ 1 ਚਮਚਾ ਤੁਸੀਂ ਰੋਜ਼ ਖਾਣਾ ਹੈਗਾ ਜੀ, ਇਹ ਆਪਣੇ ਠੀਕ ਕਰ ਦਿੰਦਾ। ਜਾਂ ਫਿਰ ਤੁਸੀਂ ਕੂੜਾ ਸੱਕ ਜਾਂ ਕੂੜਾ ਛਾਲ ਹੈ ਲਿਖਿਆ ਵਾ ਹੁੰਦਾ ਜੀ, ਪੰਜਾਬੀ ਮੈਂ ਕੂੜਾ ਛਾਲ ਕਹਿੰਦੇ,
ਨਾ ਹਿੰਦੀ ਵਾ ਅਤੇ ਪੰਜਾਬੀ ਨਾਲ ਕੂੜਾ ਸੱਕ ਜੇ ਐਂ ਲਿਖਿਆ ਹੋਇਆ ਉੱਥੇ ਗਰੋਸਰੀ ਜਾਂ ਮਿਲ ਤੁਹਾਨੂੰ ਸਟੋਰ 'ਚ ਜੀ ਤਾਂ ਉਹ ਤੁਸੀਂ ਆਪਣੇ ਜੇ ਨਿਆਣਾ ਤਾਂ ਆਪਣੇ 1 ਚਮਚਾ ਇਹਨੂੰ ਦਹੀਂ ਦੇ ਵਿੱਚੋਂ ਘੋਲ ਕੇ ਖਿਲਾਉਣਾ, ਜੇ ਸਿਆਣਾ ਤਾਂ ਉਹਨੇ 2-3 ਚਮਚੇ ਇਹਦੇ ਦਹੀਂ ਦੇ ਵਿੱਚੋਂ ਘੋਲ ਕੇ ਖਿਲਾਓ। ਇਹਦੇ ਨਾਲ ਤੁਸੀਂ ਆਪਣੇ ਬਾਥਰੂਮ ਦੀ ਪ੍ਰੋਬਲਮ ਜਿਵੇਂ ਠੀਕ ਹੋ ਜਾਂਦੀ ਹੈ। ਜਾਂ ਫਿਰ ਨਹੀਂ ਤੁਸੀਂ ਉਹਨੇ ਲੈ ਲਓ ਨਟਮੈਗ ਜਿਹੜਾ ਹੁੰਦਾ ਜਾਇਫਲ ਜਿਹਨੂੰ ਕਹਿੰਦੇ ਪੰਜਾਬੀ 'ਚ, ਉਹ ਅਤੇ ਜਵੈਣ ਅਤੇ ਸੁੰਡ ਇਹ ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ। ਅੱਧਾ ਚਮਚਾ ਤੁਸੀਂ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਬੱਚੇ ਨੂੰ ਖਿਲਾ ਸਕਦੇ ਹੈਗੇ। ਇਹ ਵੀ ਠੀਕ ਰਹੂਗਾ ਤੁਹਾਨੂੰ। ਫਿਰ ਨਹੀਂ ਤਾਂ ਅਨਾਰ ਦਾ ਜੂਸ ਜਿੰਨਾ ਬੱਚੇ ਨੇ ਪੀਣਾ ਹੈਗਾ ਉਹਦੇ ਵਿੱਚੋਂ ਤੁਸੀਂ 1 ਚੁਟਕੀ ਨਟਮੈਗ ਦੀ ਮਿਲਾ ਕੇ ਇਹ ਤੁਸੀਂ ਉਹਨੇ ਪਿਲਾ ਸਕਦੇ ਹੈਗੇ। ਜੇ ਨਹੀਂ ਅਨਾਰ ਦਾ ਜੂਸ ਮਿਲਦਾ ਤਾਂ ਉਹਨੇ ਗਾਜਰਾਂ ਦਾ ਜੂਸ ਦੇ ਵਿੱਚ ਵੀ ਤੁਸੀਂ ਉਹਨੇ 1 ਚੁਟਕੀ ਨਟਮੈਗ ਦੀ ਮਿਲਾ ਕੇ ਇਹ ਪਿਲਾ ਦੇ ਕਰੋ ਤੁਸੀਂ, ਇਹ ਵੀ ਠੀਕ ਰਹੂਗਾ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਜੇ ਤੁਹਾਨੂੰ ਇੱਥੇ ਮਿਲਦਾ ਨਾ ਬੇਲ ਦਾ ਮੁਰੱਬਾ, ਬੇਲ ਦਾ ਮੁਰੱਬਾ ਫਰੂਟ ਹੁੰਦਾ ਜੀ, ਬੇਲ ਕਹਿੰਦੇ ਇਹਨੂੰ, ਇੰਡੀਆ ਦਾ ਬੇਲ ਵੀ ਕਹਿ ਦਿੰਦੇ ਕੋਈ। ਇਹ ਤੁਸੀਂ ਆਪਣੇ ਦਿਓ, ਇਹ ਵੀ ਉਹਨੇ ਹਟਾ ਦਿੰਦਾ ਜੀ। ਬੇਲ ਦੇ ਮੁਰੱਬੇ ਦੇ ਉਹਨੇ 2 ਚਮਚੇ ਖਾ ਲਓ, ਇਹ ਵੀ ਸਾਰੇ ਪ੍ਰੋਬਲਮ ਠੀਕ ਕਰ ਦੂਗਾ। ਜਿਹੜੇ ਕਹਿੰਦੇ ਸੀਗੇ ਸ਼ੂਗਰ ਵਾਸਤੇ ਕਹਿੰਦੇ ਸੀਗੇ ਉਹ ਤਾਂ ਉਹਨੇ ਸੌਂਫ, ਔਲਾ, ਮੇਥੀ, ਇਹ ਵਧੀਆ ਚੀਜ਼ ਇਹ ਤਿੰਨੇ ਚੀਜ਼ਾਂ, ਸੌਂਫ, ਔਲਾ, ਮੇਥੀ, ਇਹ ਤੁਸੀਂ ਉਹਨੇ ਤਿੰਨੇ ਚੀਜ਼ਾਂ ਬਰਾਬਰ ਲੈ ਕੇ 1 ਚਮਚਾ ਰੋਜ਼ ਤੁਸੀਂ ਆਪਣੇ ਲੈ ਲੈਣਾ ਹੈਗਾ ਇਹਦੇ ਵਿੱਚ। ਫਿਰ ਨਹੀਂ ਤਾਂ 3-4 ਚਮਚੇ ਤੁਸੀਂ ਔਲੇ ਦਾ ਜੂਸ, 2 ਚਮਚੇ ਵਿੱਚੋਂ ਕਰੇਲੇ ਦਾ ਜੂਸ, ਇਹ ਤੁਸੀਂ ਉਹਨੇ ਲੈ ਸਕਦੇ ਹੈਗੇ। ਫਿਰ ਖੀਰੇ ਦਾ ਜੂਸ, ਲੈਟਸ, ਪਾਰਸਲੀ ਅਤੇ ਟਮਾਟੋ ਇਹ ਜ਼ਿਆਦਾ ਖਾਣ ਲੱਗ ਜਾਓ, ਇਹ ਵੀ ਠੀਕ ਰਹਿੰਦਾ ਹੈਗਾ ਇਹਦੇ ਵਿੱਚੋਂ। ਜਾਂ ਫਿਰ ਤ੍ਰਿਫਲਾ ਪਾਊਡਰ ਤੁਸੀਂ ਲੈਣ ਲੱਗ ਜਾਓ, ਇਹ ਸ਼ੂਗਰ ਵਾਸਤੇ ਵੀ ਠੀਕ ਹੈ। ਅਤੇ ਪਿਸ਼ਾਬ ਜਿਹਨਾਂ ਨੂੰ ਪ੍ਰੋਬਲਮ ਰਹਿੰਦੀ ਹੈ ਪਿਸ਼ਾਬ ਦੀ, ਉਹਦੇ ਵਾਸਤੇ ਵੀ ਠੀਕ ਹੈ ਜੀ ਇਹ। ਨਹੀਂ ਤਾਂ ਜੇ ਅੰਬ ਦੇ ਪੱਤੇ ਸੁਕਾ ਕੇ, ਜੇ ਥੋੜ੍ਹੀ ਸ਼ੂਗਰ ਹੈਗੀ, ਅੰਬ ਦੇ ਪੱਤੇ ਸੁਕਾ ਕੇ ਉਹ ਵੀ 1 ਚਮਚਾ ਲੈਣ ਲੱਗ ਜਾਓ, ਇਹ ਵੀ ਤੁਸੀਂ ਠੀਕ ਰਹਿੰਦੀ ਹੈਗੀ। ਫਿਰ ਛੋਲਿਆਂ ਅਤੇ ਜੌਂ ਦਾ ਆਟਾ ਮਿਲਾ ਕੇ ਇਹਦੀ ਰੋਟੀ ਬਣਾ ਕੇ ਖਾਣ ਲੱਗ ਜਾਓ, ਇਹ ਵੀ ਸ਼ੂਗਰ ਕੰਟਰੋਲ ਵਾਸਤੇ ਠੀਕ ਹੈ ਜੀ। ਫਿਰ ਜਾਮਣ ਦੀਆਂ ਗਿਟਕਾਂ, ਜਾਮਣ ਦੀ ਗੁਟਲੀਆਂ ਅਤੇ ਸੁੰਡ, ਅਤੇ ਇਹ 50-50 ਗ੍ਰਾਮ ਲੈਣੇ ਹੈਗੇ। ਗੁੜ ਮਾਰ ਬੱਟੀ ਲੈਣੀ ਹੈਗੀ 100 ਗ੍ਰਾਮ। ਇਹ ਤੁਸੀਂ ਆਪਣੇ ਚਾਹੇ ਤਾਂ ਥੋੜ੍ਹਾ ਜਿਹਾ ਵਿੱਚੋਂ ਭਾਵੇਂ ਕੁਆਰ ਦਾ ਗੁੱਦਾ ਪਾ ਕੇ ਇਹਦੀ ਗੋਲੀਆਂ ਜਾਂ ਵੱਟ ਲੈਣੀਆਂ ਹੈਗੀਆਂ ਮੋਟੀਆਂ ਜਿਸ ਤਰ੍ਹਾਂ ਕਾਬਲੀ ਛੋਲੇ ਹੁੰਦੇ, ਇਹ ਤੁਸੀਂ ਉਹਨੇ 2 ਗੋਲੀਆਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਇਹ ਫਿਰ ਜਾਮਣਾ ਇਹਦੇ ਵਾਸਤੇ ਚੰਗੇ ਰਹਿੰਦੇ ਸ਼ੂਗਰ ਵਾਸਤੇ, ਜਾਮਣਾ ਦਾ ਜੂਸ ਤੁਸੀਂ ਉਹਨੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਨਹੀਂ ਤਾਂ 50 ਗ੍ਰਾਮ ਮੇਥੀ ਲੈਣੀ ਹੈਗੀ, 20 ਗ੍ਰਾਮ ਕਾਲੀ ਜੀਰੀ, 10 ਗ੍ਰਾਮ ਜਵੈਣ, ਇਹਨਾਂ ਨੂੰ ਅੱਡੋ ਅੱਡ ਤਿੰਨੇ ਚੀਜ਼ਾਂ ਨੂੰ ਰੋਸਟ ਕਰਨਾ ਹੈਗਾ। ਫਿਰ 1 ਚਮਚਾ ਉਹਨੇ ਤੁਸੀਂ ਫਿਰ ਮਿਕਸ ਕਰਕੇ 1 ਚਮਚਾ ਤੁਸੀਂ ਰਾਤ ਨੂੰ ਕੋਸੇ ਪਾਣੀ ਨਾਲ ਉਹਨੇ ਲੈ ਕਰੋ ਇਹਨਾਂ, ਇਹ ਵੀ ਠੀਕ ਰਹਿੰਦੀ ਹੈ। ਜਾਂ ਫਿਰ ਉਹਨੇ ਤੁਸੀਂ ਲੈ ਸਕਦੇ ਹੈਗੇ 100 ਗ੍ਰਾਮ ਤੇਜ਼ ਪੱਤਾ ਲੈਣਾ ਹੈਗਾ, ਮੇਥੀ 100 ਗ੍ਰਾਮ ਲੈਣੀ ਹੈਗੀ, ਜਾਮਨਾਂ ਦੀ ਗੁਟਲੀ 150 ਗ੍ਰਾਮ ਲੈਣੀ ਹੈਗੀ, ਬੇਲ ਪੱਤੇ 250 ਗ੍ਰਾਮ ਲੈਣੇ ਹੈਗੇ। ਬੇਲ ਪਾਊਡਰ ਮਿਲ ਜਾਂਦਾ ਜੀ ਬਣਿਆ ਬਣਾਇਆ, ਹਰੇਕ ਸਟੋਰ 'ਚ ਪਿਆ ਇੱਥੇ। ਪਹਿਲਾਂ ਅੱਧੀ ਬਣਾ ਕੇ ਦੇਖ ਲਓ, ਅੱਧੀ ਚੀਜ਼ਾਂ ਕਰ ਲਓ, 50-50 ਗ੍ਰਾਮ, 75 ਗ੍ਰਾਮ ਅਤੇ 100 ਗ੍ਰਾਮ, ਐਂ ਕਰਕੇ ਤੁਸੀਂ ਉਹਨੇ 1 ਚਮਚਾ ਤੁਸੀਂ ਕੋਸੇ ਪਾਣੀ ਨਾਲ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਲੈ ਕਰੋ। ਜਿਹੜੇ ਦਿਮਾਗ ਵਾਸਤੇ ਪੁੱਛੇ ਬਣੇ ਆ ਵੀ ਕਮਜ਼ੋਰ ਹੈ ਜਾਂ ਪ੍ਰੈਸ਼ਰ ਜਿਹਾ ਰਹਿੰਦਾ ਜਾਂ ਚੱਕਰ ਆਉਂਦੇ ਹੈਗੇ ਜਾਂ ਯਾਦਦਾਸ਼ਤ ਘੱਟ ਰਹਿੰਦੀ ਹੈਗੀ, ਇਹ ਸਾਰੀ ਬਿਮਾਰੀਆਂ ਦਾ ਇੱਕੋ ਇਲਾਜ ਹੈਗਾ ਜੀ। ਜਾਂ ਜਿਹੜੇ ਡਿਪਰੈਸ਼ਨ ਵੀ ਰਹਿੰਦੇ ਹੈਗੇ ਉਹਨਾਂ ਵਾਸਤੇ ਵੀ, ਡਿਪਰੈਸ਼ਨ ਵੀ ਬ੍ਰੇਨ ਦੀ ਕਮਜ਼ੋਰੀ ਕਰਕੇ ਹੁੰਦਾ ਜ਼ਿਆਦਾ, ਜਾਂ ਫਿਕਰ ਕਰਕੇ ਬ੍ਰੇਨ। ਇਹਦੇ ਵਿੱਚੋਂ ਬ੍ਰਹਮੀ ਲੈਣੀ ਹੈਗੀ ਤੁਸੀਂ 20 ਗ੍ਰਾਮ, ਖੀਰੇ ਦੇ ਬੀਜ ਲੈਣੇ ਹੈਗੇ, ਜੇ ਨਾ ਇਕੱਲੇ ਖੀਰੇ ਦੇ ਬੀਜ ਮਿਲੇ ਤਾਂ 4 ਮਗਜ਼ ਜਿਹੜੇ ਹੁੰਦੇ ਆ ਉਹ ਲੈਣੇ 10 ਗ੍ਰਾਮ, ਪਿਸਤਾ 10 ਗ੍ਰਾਮ, ਇਹ ਆਪਣੇ ਕੁੱਟ ਪੀਸ ਕੇ ਰੱਖ ਲਓ, 1 ਚਮਚਾ ਤੁਸੀਂ ਆਪਣੇ ਖਾ ਲਿਆ ਕਰੋ ਰੋਜ਼। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ 15 ਗ੍ਰਾਮ ਛੋਟੀ ਇਲਾਇਚੀਆਂ ਦਾ ਪਾਊਡਰ ਲੈਣਾ ਹੈਗਾ, ਅਤੇ ਬ੍ਰਹਮੀ ਪਾਊਡਰ 100 ਗ੍ਰਾਮ ਲੈਣਾ ਹੈਗਾ, ਸ਼ੰਖ ਪੁਸ਼ਪੀ 100 ਗ੍ਰਾਮ, ਮੱਚ ਲੈਣੀ ਹੈਗੀ 60 ਗ੍ਰਾਮ, ਕੂਜਾ ਮਿਸ਼ਰੀ 300 ਗ੍ਰਾਮ, ਇਹ ਆਪਣੇ ਤੁਸੀਂ ਲੈ ਸਕਦੇ ਹੈਗੇ। ਅੱਧਾ ਚਮਚਾ ਤੁਸੀਂ ਜਾਂ 1 ਚਮਚਾ ਵੀ ਲੈ ਲਓ ਤਾਂ ਵੀ ਕੋਈ ਵਿਗਾੜ ਨਹੀਂ, 1 ਚਮਚਾ ਤੁਸੀਂ ਆਪਣੇ ਦੁੱਧ ਨਾਲ ਲੈ ਲਿਆ ਕਰੋ। ਜਾਂ ਇਹਦੇ ਵਿੱਚੋਂ ਇੱਕ ਉਹ ਚੀਜ਼ ਆਉਂਦੀ ਜੀ ਉਹਨੇ ਬ੍ਰਹਮੀ ਘ੍ਰਿਤ ਕਹਿੰਦੇ ਜੀ, ਬ੍ਰਹਮੀ ਘ੍ਰਿਤ, ਬ੍ਰਹਮੀ ਦਾ ਘਿਓ ਜਿਹਾ ਬਣਾਇਆ ਵਾ ਹੁੰਦਾ ਇਹਨਾਂ ਨੇ ਪਾ ਕੇ,
ਉਹ ਤੁਸੀਂ ਆਪਣੇ 1 ਚਮਚਾ ਰੋਜ਼ ਖਾ ਲਓ। ਦੁੱਧ ਨਾਲ ਬਣਿਆ ਹੋਇਆ ਮਿਲ ਜਾਂਦਾ ਹੈ, ਆਯੁਰਵੈਦਿਕ ਸਟੋਰ 'ਚ ਮੈਂ ਕਿਹਾ ਮਿਲ ਜੂਗਾ ਤੁਹਾਨੂੰ ਕਿਤੇ, ਜਾਂ ਔਡਰ ਦੇ ਕੇ ਮੰਗਵਾ ਲਓ। ਉਹ ਤੁਸੀਂ ਉਹਨੇ ਲੈ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਉਹਨੇ ਤੁਸੀਂ ਐਪਲ ਵੀ ਖਾ ਸਕਦੇ ਹੈਗੇ, ਅਲਸੀ ਦਾ ਤੇਲ ਲੈ ਸਕਦੇ ਹੈਗੇ ਇਹਦੇ ਵਿੱਚੋਂ। ਫਿਰ 2 ਕੁ ਅਖਰੋਟ ਤੁਸੀਂ ਆਪਣੇ 2 ਕੁ ਅਖਰੋਟ ਅਤੇ 20-25 ਦਾਣੇ ਸੌਗੀ ਦੇ, ਇਹ ਤੁਸੀਂ ਖਾ ਸਕਦੇ ਹੈਗੇ। ਗ੍ਰੀਨ ਟੀ ਪੀ ਸਕਦੇ ਹੈਗੇ ਇਹਦੇ ਵਿੱਚੋਂ। ਇਹ ਸਾਰੀਆਂ ਚੀਜ਼ਾਂ ਵਧੀਆ ਰਹਿੰਦੀਆਂ ਜੀ। ਓਮੇਗਾ 3 ਲੈ ਸਕਦੇ ਹੈਗੇ। ਇਕੱਲੀ ਬ੍ਰਹਮੀ ਦਾ ਹੀ ਪਾਊਡਰ ਲੈ ਲਓ, ਜੇ ਨਹੀਂ ਹੋਰ ਕੁਛ ਮਿਲਦਾ ਤਾਂ 1 ਚਮਚਾ ਦੁੱਧ ਨਾਲ ਲਈ ਚੱਲੋ। ਇਹਦੇ ਵਿੱਚ ਮੈਂ ਤੁਹਾਨੂੰ ਫਿਰ ਰੋਜ਼ ਮੇਰੀ ਜਿਹੜੀ ਹੁੰਦੀ ਰੋਜ਼ ਮੇਰੀ, ਉਹਦਾ ਤੇਲ ਜੇ ਤੁਹਾਨੂੰ ਮਿਲਦਾ ਹੈਗਾ ਤਾਂ 1 ਚਮਚਾ ਤੁਸੀਂ ਉਹ ਲੈ ਸਕਦੇ ਹੈਗੇ। ਇਹ ਵੀ ਤੁਹਾਡੀ ਮੈਮਰੀ ਦੀ ਪ੍ਰੋਬਲਮ ਜਾਂ ਕੋਈ ਪ੍ਰੋਬਲਮ ਹੈਗੀ ਬ੍ਰੇਨ ਦੀ, ਉਹਨੂੰ ਠੀਕ ਕਰਨੇ ਨੂੰ ਕਾਮਯਾਬ ਚੀਜ਼ ਹੈਗੀ। ਜਿਹੜੇ ਬਲੱਡ ਪ੍ਰੈਸ਼ਰ ਪੁੱਛਦੇ ਸੀਗੇ ਉਹ ਲੈ ਸਕਦੇ ਹੈਗੇ ਤੁਸੀਂ। ਅਸਗੰਧ 50 ਗ੍ਰਾਮ ਅਤੇ ਸੂਰਜਮੁਖੀ ਦੇ ਬੀਜ ਇਹ ਵੀ 50 ਗ੍ਰਾਮ, ਇਹ ਤੁਸੀਂ ਦੇ ਕੇ 1 ਚਮਚਾ ਆਪਣੇ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਇਹ ਖਾ ਸਕਦੇ ਹੈਗੇ। ਜਾਂ ਫਿਰ ਨਹੀਂ ਤੁਸੀਂ ਅਸਗੰਧ ਲੈ ਸਕਦੇ ਹੈਗੇ ਜਾਂ ਪਿੱਪਲਾ ਮੂਲ, ਇਹ 2 ਦਵਾਈਆਂ ਜੀ। ਅਸਗੰਧ ਅਤੇ ਪਿੱਪਲਾ ਮੂਲ ਬਰਾਬਰ ਲੈਣੀਆਂ ਹੈਗੀਆਂ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਅੱਛਾ, ਬਲੱਡ ਪ੍ਰੈਸ਼ਰ ਵਾਲੇ ਤਰਬੂਜ ਦਾ ਜ਼ਿਆਦਾ ਯੂਜ਼ ਕਰੇ। ਤਰਬੂਜ ਦਾ ਆਪਣੇ ਘਰ ਕੱਢ ਕੇ ਵੀ ਲੈਣਾ ਹੈਗਾ। ਟਾਊਨ ਵਾਲੇ ਤਾਂ ਨਹੀਂ ਸਵਾਦ ਜਾਂਦਾ ਜੂਸ ਦਾ। ਘਰ ਆਪਣੇ ਤਰਬੂਜ ਦਾ ਜੂਸ ਆਪਣੇ ਲੈ ਲਓ, ਨਿੰਬੂ ਨਿਚੋੜ ਕੇ ਪੀਣਾ ਹੈਗਾ। ਇਹਦੇ ਵਿੱਚੋਂ ਗਾਜਰਾਂ ਚੰਗੀਆਂ ਰਹਿੰਦੀਆਂ, ਇਹਦੇ ਵਿੱਚ ਗਾਜਰਾਂ ਦਾ ਜੂਸ ਕੱਢ ਕੇ ਨਿੰਬੂ ਨਿਚੋੜ ਲਓ ਇਹਦੇ ਵਿੱਚੋਂ, ਉਹ ਵਧੀਆ ਚੀਜ਼ ਰਹੂਗੀ। ਜਾਂ ਫਿਰ ਤੁਸੀਂ ਆਪਣੇ ਗਾਜਰਾਂ ਦਾ ਮੁਰੱਬਾ ਖਾ ਲਓ। ਫਿਰ ਐਪਲ ਵੀ ਇਹਦੇ ਵਿੱਚੋਂ ਚੰਗਾ ਰਹਿੰਦਾ ਜੀ। ਐਪਲ ਤੁਸੀਂ ਆਪਣੇ ਜੂਸ ਕੱਢ ਕੇ 1 ਨਿੰਬੂ ਨਿਚੋੜ ਲਓ ਵਿੱਚ। ਜਾਂ ਫਿਰ ਚੁਕੰਦਰ ਦੇ ਜੂਸ ਦੇ ਵਿੱਚੋਂ ਨਿੰਬੂ ਨਿਚੋੜ ਕੇ ਲੈ ਸਕਦੇ ਹੈਗੇ। ਇਹ ਸਾਰੀਆਂ ਚੀਜ਼ਾਂ ਵਧੀਆ ਰਹਿੰਦੀਆਂ ਜੀ। ਜਿਹੜੇ ਐਲਰਜੀ ਵਾਸਤੇ ਪੁੱਛਦੇ ਸੀਗੇ, ਨੱਕ ਮਾਰੇ ਪਾਣੀ ਜਾ ਰਹਿੰਦਾ ਆ, ਉਹ ਐਲਰਜੀ ਰਹਿੰਦੀ ਹੈ, ਛਿੱਕਾਂ ਛੁੱਕਾਂ ਆਉਂਦੀਆਂ ਹੈਗੀ, ਉਹ ਖਸਖਸ ਲੈਣੀ ਹੈਗੀ। 1 ਚਮਚਾ ਖਸਖਸ ਦਾ ਅਤੇ 7 ਬਦਾਮ ਤੁਸੀਂ ਲੈਣੇ ਹੈਗੇ। 4 ਛੋਟੀ ਇਲਾਇਚੀਆਂ ਲੈਣੀਆਂ ਹੈਗੀਆਂ। 6 ਕਾਲੀਆਂ ਮਿਰਚਾਂ ਲੈਣੀਆਂ ਹੈਗੀਆਂ ਅਤੇ ਇਹਨਾਂ ਨੂੰ ਭਿਓ ਕੇ ਰੱਖ ਦੇਣਾ ਹੈਗਾ। ਬਦਾਮਾਂ ਦੇ ਛਿੱਲਕ ਲਾ ਕੇ ਉਹ ਮਿਕਸੀ ਮਾ ਪਾ ਕੇ ਥੋੜ੍ਹਾ ਜਿਹਾ ਦੁੱਧ ਜਿਹਾ ਪਾ ਕੇ ਜਾਂ ਪਾਣੀ ਪਾ ਕੇ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਖਾ ਸਕਦੇ ਹੈਗੇ। ਜਿਹਨਾਂ ਨੂੰ ਐਲਰਜੀ ਹੈਗੀ ਉਹ ਵੀ ਲੈ ਸਕਦੇ ਹੈਗੇ। ਜਿਹਨਾਂ ਨੂੰ ਆਪਣੇ ਡਿਪਰੈਸ਼ਨ ਹੈਗਾ ਉਹ ਵੀ ਲੈ ਸਕਦੇ ਹੈਗੇ ਜੀ। ਵਧੀਆ ਚੀਜ਼ ਹੈਗੀ ਉਹਨਾਂ ਵਾਸਤੇ। ਜੇ ਨੱਕ ਵਿੱਚ ਪਾਣੀ ਕਹਿੰਦੇ ਸੀਗੇ, ਉਹ ਆਪਣੇ ਖਸਖਸ ਤੁਸੀਂ ਆਪਣੇ ਲੈ ਸਕਦੇ ਹੈਗੇ। ਅੱਛਾ, ਬਲੱਡ ਪ੍ਰੈਸ਼ਰ ਵਾਲੀ ਹੋਰ ਇਲਾਜ ਹੈਗਾ ਜੀ ਆਪਣੇ ਪਪੀਤਾ ਤੁਸੀਂ ਰੋਜ਼ ਖਾਇਆ ਕਰੋ। ਇਹਦੇ ਵਿੱਚੋਂ ਉਹ ਠੀਕ ਰਹੂਗਾ ਤੁਹਾਨੂੰ ਪਪੀਤਾ ਖਾਣਾ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ ਔਲਾ ਪਾਊਡਰ, ਸਰਪਗੰਧਾ ਪਾਊਡਰ ਅਤੇ ਗਲੋ। ਇਹ 3 ਚੀਜ਼ਾਂ ਬਰਾਬਰ ਲੈ ਕੇ ਅੱਧਾ ਚਮਚਾ ਸਵੇਰ ਨੂੰ ਲੈਣਾ ਹੈਗਾ, ਅੱਧਾ ਚਮਚਾ ਸ਼ਾਮ ਨੂੰ। ਅੱਛਾ, ਫਿਰ ਪਿਆਜ਼ ਦਾ ਰਸ ਵੀ ਇਹਦੇ ਵਿੱਚੋਂ ਚੰਗਾ ਰਹਿੰਦਾ ਜੀ ਬਲੱਡ ਪ੍ਰੈਸ਼ਰ ਵਾਲਿਆਂ ਨੂੰ। 2-3 ਚਮਚੇ ਤੁਸੀਂ ਪਿਆਜ਼ ਦਾ ਰਸ ਅਤੇ 1 ਚਮਚਾ ਵਿੱਚੋਂ ਸ਼ਹਿਦ ਜਾਂ ਮਿਕਸ ਕਰਕੇ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਨਹੀਂ ਤਾਂ ਤਰਬੂਜ ਦੇ ਬੀਜ ਅਤੇ ਖਸਖਸ ਇਹ ਬਰਾਬਰ ਲੈ ਕੇ 1 ਚਮਚਾ ਤੁਸੀਂ ਇਹ ਲੈ ਸਕਦੇ ਹੈਗੇ। ਫਿਰ ਦਹੀਂ ਦੀ ਲੱਸੀ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ। ਇਹਦੇ ਵਿੱਚੋਂ ਦਹੀਂ ਬਲੱਡ ਪ੍ਰੈਸ਼ਰ ਵਾਲੇ ਉਹ ਵੀ ਠੀਕ ਰਹਿੰਦਾ ਹੈਗਾ ਜੀ ਇਹਦੇ ਵਿੱਚ। ਨਹੀਂ ਤਾਂ ਟਮਾਟਰਾਂ ਦੇ ਜੂਸ ਘਰ ਕੱਢਣਾ ਹੈਗਾ, ਟਾਊਨ ਵਾਲਾ ਨਹੀਂ ਲੈਣਾ। ਟਮਾਟਰ ਦਾ ਜੂਸ ਕੱਢ ਕੇ ਥੋੜ੍ਹਾ ਜਿਹਾ ਉਹਦੇ ਵਿੱਚ ਸ਼ਹਿਦ ਮਿਲਾ ਕੇ ਤੁਸੀਂ ਇਹ ਪੀ ਲਿਆ ਕਰੋ। ਅਤੇ ਆਪਣੇ ਅੱਗੇ ਜਿਹੜੇ ਪੁੱਛਦੇ ਸੀਗੇ ਆਪਣੇ ਗੋਡਿਆਂ ਦੇ ਦਰਦ ਵਾਸਤੇ ਪੁੱਛਦੇ ਸੀਗੇ, ਉਹਦੇ ਵਿੱਚੋਂ ਤੁਸੀਂ ਆਪਣੇ ਸਰੰਜਾਂ, ਮਿੱਠੀਆਂ ਸਰੰਜਾਂ ਲੈਣੀਆਂ ਹੈਗੀਆਂ ਅਤੇ ਮੇਥੀ ਅਤੇ ਕਲੌਂਜੀ, ਸੁੰਡ, ਅਸਗੰਧ। ਸਰੰਜਾਂ, ਮੇਥੀ, ਕਲੌਂਜੀ, ਸੁੰਡ, ਅਸਗੰਧ ਇਹ ਬਰਾਬਰ ਲੈ ਕੇ ਤੁਸੀਂ ਆਪਣੇ 1 ਚਮਚਾ ਰੋਜ਼ ਲਈ ਜਾਣਾ ਹੈਗਾ। ਇਹ 2 ਅਖਰੋਟ ਰੋਜ਼ ਖਾ ਲਿਆ ਕਰੋ ਤੁਸੀਂ। ਜਾਂ ਨਾਰੀਅਲ ਦੀ ਗਿਰੀ ਤੁਸੀਂ ਆਪਣੇ ਖਾ ਲਈ 2 ਇੰਚ ਦਾ ਟੁਕੜਾ ਨਾਰੀਅਲ ਜਿਹੜਾ ਹੁੰਦਾ। ਅਤੇ ਐਲੋਵੀਰਾ ਅਤੇ ਆਪਣੇ ਦੂਜੇ ਆਪਣੇ ਕਾਲੀ ਮਿਰਚਾਂ ਥੋੜ੍ਹਾ ਫਰਾਈ ਜਿਹਾ ਕਰਕੇ ਥੋੜ੍ਹੀ ਜਿਹੀ ਐਲੋਵੀਰਾ ਨੂੰ ਵਿੱਚ ਲੂਣ, ਕਾਲੀਆਂ ਮਿਰਚਾਂ ਪਾ ਕੇ ਇਹ ਖਾ ਲਿਆ ਕਰੋ। ਇਹ ਵੀ ਵਧੀਆ ਚੀਜ਼ ਹੈਗੀ ਗੋਡਿਆਂ ਦੇ ਦਰਦ ਵਾਸਤੇ। ਜਾਂ ਫਿਰ ਇਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਅਨਾਰ ਦੇ ਜੂਸ ਦੇ ਵਿੱਚ 2-3 ਚਮਚੇ ਅਦਰਕ ਦਾ ਜੂਸ ਮਿਲਾ ਕੇ ਤੁਸੀਂ ਉਹ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਇਹਦੇ ਵਿੱਚੋਂ ਫਿਰ ਤੁਸੀਂ ਲੈ ਸਕਦੇ ਹੈਗੇ ਅਸਗੰਧ, ਜੇ ਇਕੱਲੀ ਲੈਣੀ ਅਸਗੰਧ ਇਹ ਵੀ ਲੈ ਸਕਦੇ ਹੈਗੇ। ਜੇ ਜੋੜਾਂ ਦੇ ਦਰਦ ਵਾਸਤੇ ਵੀ ਠੀਕ ਹੈ ਅਤੇ ਆਪਣੇ ਗੋਡਿਆਂ ਗਾਡਿਆਂ ਦੇ ਦਰਦ ਵਾਸਤੇ ਠੀਕ ਹੈਗੀ। ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਭਖੜਾ, ਇਹ ਵੀ ਠੀਕ ਰਹਿੰਦਾ ਜੀ ਜੋੜਾਂ ਦੇ ਦਰਦ ਵਾਸਤੇ ਅਤੇ ਆਪਣੇ ਗੋਡਿਆਂ ਦੇ ਦਰਦ ਵਾਸਤੇ। ਭਖੜਾ ਵੀ ਠੀਕ ਰਹਿੰਦਾ ਇਹਦੇ ਵਿੱਚ। ਤੁਸੀਂ ਇਹਦੇ ਵਿੱਚੋਂ ਤੁਸੀਂ ਉਹ ਦੇ ਸਕਦੇ ਹੈਗੇ ਯੋਗਰਾਜ ਦੇ ਗੂਗਲ ਦੀਆਂ ਗੋਲੀਆਂ ਵੀ ਠੀਕ ਰਹਿੰਦੀਆਂ ਜੀ ਜਿਹਨਾਂ ਨੂੰ ਜੋੜਾਂ ਦਾ ਦਰਦ ਰਹਿੰਦਾ ਹੈਗਾ। ਯੋਗਰਾਜ ਗੂਗਲ ਦੀਆਂ ਗੋਲੀਆਂ ਤੁਸੀਂ ਲੈ ਲਓ।
ਤੇ ਸੁੰਡ, ਮਗਾਂ, ਕਾਲੀ ਮਿਰਚਾਂ ਇਹ ਬਰਾਬਰ ਲੈ ਕੇ 1 ਚਮਚਾ ਦੇ ਦੇ ਕਰੋ। ਜਿਹਨਾਂ ਨੂੰ ਖੰਘ ਖੁੰਘ ਰਹਿੰਦੀ ਹੈਗੀ ਉਹਨਾਂ ਵਾਸਤੇ ਵੀ ਠੀਕ ਰਹਿੰਦੀ ਹੈ। ਤੇ ਪਖੜੇ ਦੇ ਆਪਣੇ ਸੁੰਡ ਦੀ ਚਾਹ ਜੀ ਬਣਾ ਕੇ ਬਰਾਬਰ ਪੂਰਾ 1 ਚਮਚਾ ਪਖੜੇ ਦਾ ਪਾ ਲਿਆ, 1 ਚਮਚਾ ਸੁੰਡ ਦਾ ਪਾ ਲਿਆ। ਇਹਨਾਂ ਨੂੰ ਉਬਾਲ ਕੇ ਤੁਸੀਂ ਚਾਹ ਜੀ ਬਣਾ ਕੇ ਇਹ ਪੀਤੇ ਕਰੋ। ਇਹ ਵੀ ਠੀਕ ਰਹੇਗਾ ਜੀ ਸਾਡੇ ਵਾਸਤੇ। ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਬਾਕੀ ਜੀ ਥੈਂਕ ਯੂ ਜੀ, ਸਤਿ ਸ੍ਰੀ ਅਕਾਲ, ਮਿਹਰਬਾਨੀ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।